पंकज बंदन पाद पंकज बंदन सिमरो अंगद दोख निकंदन दोख निकंदन अमरदास गुर हृदय त्यामो हृदय त्यामो श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला जी परम कृपाला गुरु गोबिंद सिंह विशाला गुरु गोबिंद सिंह विशाला तरों तरापुर पुन पुन सीसा जी पुन पुन सीसा बंदों बार बार जगदीशा बंदों बार बार जगदीशा। श्री गुरु ग्रंथ साहिब पातशाह महाराज जी दे पावन पवित्र दरबार दे विच संगत दे विच जुड़ के हाज़री भर रही गुरु प्यारी साध संगत जी आप जी शाम दियां दीवाना दे अंदर श्री गुरु अमरदास श्री गुरु अंगद साहिब पातशाह महाराज जी दे पावन जीवन की कथा वार्ता चल रही है उस नूं श्रवण करन दे लई मनुखा जन्म दियां उन्हां अमोलक घड़ियां नूं लेखे दे विच लाउण दे लई साहिबां दी पावन हजूरी अंदर जुड़ बैठे हो। कल आपां श्रवण कीता सी श्री गुरु अमरदास जी महाराज गुरु अंगद साहिब जी तो छड़ी लैके गोइंदवाल साहब वालों तुर पे हैं। आओ जिमें हुण अगे कथा चलेगी बड़े प्यार सत्कार दे नाल श्रवण करिए। कथा आरंभ करन तो पहला गुरु जी वालों बख्शे हुए गुरमंत्र दे विच बोलीए सतनाम श्री वाहेगुरु साहिब जी सतनाम श्री वाहेगुरु साहिब जी जरे जात तिन केर शरीरा भए अधीर संभार न चीरा। ਜਿਹੜੀ गुरु साहब जी ने छड़ी दिती ਉਹਨੂੰ ਲੈ ਕੇ ਜਦੋਂ ਗੋਇੰਦਵਾਲ ਸਾਹਿਬ ਜਿਹੜਾ ਉਜਾੜੇ ਦਾ ਨਗਰ ਸੀ ਕਵੀ ਜੀ ਕਹਿੰਦੇ ਨੇ ਮੈਨੂੰ ਐਵੇਂ ਲੱਗਦਾ ਹੈ ਜਿਵੇਂ ਉਹ ਛੜੀ ਨੂੰ ਵੇਖ ਕੇ ਜਿੰਨੇ ਭੂਤ ਪ੍ਰੇਤ ਸਾਰੇ ਭੱਜ ਗਏ ਕੋਈ ਵੀ ਉਹਨਾਂ ਵਿੱਚੋਂ ਧੀਰਜ ਧਾਰ ਕੇ ਹੁਣ ਉੱਥੇ ਖਲੋਂਦਾ ਨਹੀਂ ਹੈ। पिता पुत्र को नहन संभारै भरात भरात को छोर पधारै। ऐसा कम बन गया ऐसी उन्होंने विच हलचल मची पिता पुत्र नूं नहीं संभाल रहा भरा भरा नूं छड्ड के वो जिन्ने भूत प्रेत माड़ियां आत्मावां सन ऐसा प्रतीत हुंदा है वो भज रही हैं। इस्त्री त्याग चले पत प्रेत किते परे धर होए अचेत। उन्हां विचों
ਕਈ ਐਸੀਆਂ ਆਤਮਾਵਾਂ ਕਹਿੰਦੇ ਐਸਾ ਜਾਪਦਾ ਇਸਤਰੀਆਂ ਨੇ ਆਪਣੇ ਪਤੀਆਂ ਨੂੰ ਛੱਡ ਕੇ ਭੱਜ ਗਈਆਂ, ਐਸੇ ਬੇਹੋਸ਼ ਹੋ ਕੇ ਉਹ ਜਿਹੜਾ ਧਰਤੀ ਦੇ ਉੱਤੇ ਡਿੱਗ ਪਏ ਹਨ। ਹਲਾ ਚਲੀ ਐਸੇ ਤਿੰਨ ਭਰੀ, ਗਏ ਥਾਨ ਤਜ ਫਿਰੇ ਨਾ ਕਰੀ। ਉਹਨਾਂ ਪ੍ਰੇਤ ਆਤਮਾਵਾਂ ਵਿੱਚ ਐਸੀ ਹਲਚਲ ਮਚੀ, ਸ਼੍ਰੀ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਹੀ ਭੱਜ ਗਏ ਹਨ। ਹਾਹਾਕਾਰ ਕਰਤ ਭੱਜ ਚੱਲੇ, ਸਕਲ ਦਿਸਣ ਹੋਏ ਸਕਹਿ ਨਾ ਖੱਲੇ। ਹਾਹਾਕਾਰ ਕਰਦੇ ਹੋਏ ਭੱਜ ਪਏ, ਕਿਸੇ ਵੀ ਦਿਸ਼ਾ ਦੇ ਵਿੱਚ ਹੁਣ ਖਲੋਤੇ ਨਹੀਂ ਵਿਖਦੇ, ਕਿਉਂਕਿ ਜਦੋਂ ਗੁਰੂ ਦੇ ਨਾਮ ਦਾ, ਭਜਨ ਦਾ, ਬੰਦਗੀ ਦਾ ਪ੍ਰਕਾਸ਼ ਕਿਸੇ ਵੀ ਥਾਂ 'ਤੇ ਹੁੰਦਾ ਹੈ, ਉਸ ਥਾਂ ਤੋਂ ਐਸਾ ਮਾੜਾ ਸਾਇਆ, ਜਿਹੜੀਆਂ ਬਰਕਤਾਂ ਰੁਕੀਆਂ ਹੁੰਦੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਕਿਸੇ ਥਾਂ 'ਤੇ ਭਜਨ ਬੰਦਗੀ ਹੋਣ ਲੱਗਦੇ। ਬਾਣੀ ਕਹਿੰਦੀ ਹੈ, ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਜਪਿਆ ਜਾਂਦਾ ਹੈ, ਪ੍ਰਭੂ ਦੀ ਬੰਦਗੀ ਹੁੰਦੀ ਹੈ, ਭਾਵੇਂ ਉਹ ਘਰ ਲੈਂਟਰ ਦਾ ਨਹੀਂ ਬਣਿਆ, ਬਾਲਿਆਂ ਦਾ ਹੀ ਬਣਿਆ, ਭਾਵੇਂ ਉੱਤੇ ਪੇਂਟ ਹੋਇਆ ਚੰਗਾ ਨਹੀਂ ਬਣਿਆ, ਉਹ ਵਿਚਾਰ ਨਹੀਂ ਕਰਦਾ। ਅਸਲ 'ਚ ਵਿਚਾਰ ਇਹ ਹੈ, ਜਦੋਂ ਉੱਥੇ ਪ੍ਰਭੂ ਦੀ ਬੰਦਗੀ ਹੁੰਦੀ ਹੈ, ਉੱਥੇ ਜਿੰਨਾ ਕੁਛ ਵੀ ਮਾੜਾ ਪ੍ਰਕੋਪ ਹੁੰਦਾ ਹੈ ਉਹ ਭੱਜ ਜਾਂਦਾ ਹੈ। ਸੇ ਅਸਥਲ ਸੋਇਨ ਚੁਬਾਰੇ, ਐਸਾ ਲੱਗਦਾ ਹੈ ਉਹ ਘਰ ਵੀ ਜਿਹੜੇ ਨੇ ਉਹ ਸੋਨੇ ਦੇ ਬਣੇ ਪ੍ਰਤੀਤ ਹੁੰਦੇ ਨੇ। ਇੰਨਾ ਬਰਕਤ ਉਹਨਾਂ ਥਾਵਾਂ 'ਤੇ ਆ ਜਾਂਦੀ ਹੈ। ਨਾਲ ਦੀ ਨਾਲ ਸਾਹਿਬ ਜੀ ਕਹਿੰਦੇ ਨੇ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਪ੍ਰਭੂ ਦੀ ਬੰਦਗੀ ਨਹੀਂ ਹੁੰਦੀ, ਉੱਥੋਂ ਜੇ ਬਰਕਤਾਂ ਹੋਣ ਵੀ ਉਹ ਵੀ ਭੱਜ ਜਾਂਦੀਆਂ ਨੇ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਉਹ ਪੂਰੇ ਦਾ ਪੂਰਾ ਨਗਰ ਵੀ ਉਜਾੜ ਹੈ, ਜਿੱਥੇ ਕੋਈ ਪ੍ਰਭੂ ਦੀ ਬੰਦਗੀ ਕਰਨ ਵਾਲਾ ਨਹੀਂ, ਪਰਮੇਸ਼ਰ ਦਾ ਨਾਮ ਲੈਣ ਵਾਲਾ ਨਹੀਂ ਹੈ। ਜਿਉਂ ਜਿਉਂ ਛਰੀ ਹਿਲਾਵਣ ਕਰਹੀ, ਤਿਉਂ ਤਿਉਂ ਤਪਤ ਤਿਨਹੂ ਪਰ ਪਰਹੀ। ਸਾਹਿਬ ਜੀ ਜਿਵੇਂ ਜਿਵੇਂ ਵੀ ਛੜੀ ਹਿਲਾਉਂਦੇ ਨੇ, ਉਵੇਂ ਉਵੇਂ ਉਹਨਾਂ ਦੇ ਉੱਤੇ ਜਾ ਕੇ ਤਪਤ ਪੈਂਦੀ ਹੈ। ਉਹ ਇੱਕ ਮਿੰਟ ਵੀ ਧੀਰਜ ਨਹੀਂ ਧਾਰਦੇ ਹਨ। ਕੇਤਕ ਹਾਥ ਜੋਰ ਕਹਿ ਬਿਨੈ, ਤਜੋ ਹਮੇ ਨਹਿ ਨਾਹਕ ਹਨੈ। ਕਹਿੰਦੇ ਕਈ ਹੁਣ ਕਵੀ ਜੀ ਕਹਿ ਰਹੇ ਨੇ, ਐਸਾ ਪ੍ਰਤੀਤ ਹੁੰਦਾ ਹੈ ਉਹਨਾਂ ਵਿੱਚੋਂ ਕਈ ਤੇ ਹੱਥ ਜੋੜ ਕੇ ਮਾੜੀਆਂ ਆਤਮਾਵਾਂ 'ਚੋਂ ਗੁਰੂ ਸਾਹਿਬ ਜੀ ਦੇ ਸ਼੍ਰੀ ਅਮਰਦਾਸ ਜੀ ਦੇ ਸਾਹਮਣੇ ਖਲੋ ਗਏ ਔਰ ਕਹਿੰਦੇ ਨੇ, ਸਾਨੂੰ ਨਾ ਮਾਰੋ, ਸਾਨੂੰ ਛੱਡ ਦਿੱਤਾ ਜਾਵੇ। ਕੇਤਕ ਕਾਲ ਕੋ ਉਤਰਿਓ ਡੇਰਾ, ਹਮੈ ਸੰਭਾਰਨ ਦੇਹੋ ਇਸ ਬੇਰਾ। ਕਹਿੰਦੇ ਸਾਨੂੰ ਇੱਕ ਵਾਰੀ ਮਾਫ ਕਰ ਦਿਓ, ਸਾਨੂੰ ਨਹੀਂ ਸੀ ਪਤਾ ਤੁਸੀਂ ਇੱਥੇ ਆ ਕੇ ਆਪਣੇ ਚਰਨ ਪਾਓਗੇ, ਅਸੀਂ ਹੁਣ ਇੱਥੇ ਨਹੀਂ ਰਹਿ ਸਕਦੇ, ਕਿਉਂਕਿ ਜਿੱਥੇ ਗੁਰੂ ਰਹਿੰਦਾ ਹੈ ਉੱਥੇ ਐਸੀਆਂ ਚੀਜ਼ਾਂ ਦਾ ਕੋਈ ਕੰਮ ਨਹੀਂ, ਜਿੱਥੇ ਰੱਬ ਨਹੀਂ ਉੱਥੇ ਇਹ ਸਭ ਕੁਝ ਇਹੀਓ ਮਿਲਦਾ। ਕਈ ਵਾਰੀ ਅਸੀਂ ਦੇਖਦੇ ਹਾਂ, ਆਪਣਿਆਂ ਘਰਾਂ ਵਿੱਚ ਵੀ ਮਹਿਸੂਸ ਕਰਦੇ ਹਾਂ, ਘਰਾਂ ਵਿੱਚ ਬਹੁਤ ਛੋਟੀ ਜਿਹੀ ਗੱਲ ਹੁੰਦੀ ਹੈ, ਬੜਾ ਵੱਡਾ ਝਗੜਾ ਬਣ ਖਲੋਂਦਾ ਹੈ। ਔਰ ਕਈ ਵਾਰੀ ਬੜੀ ਛੋਟੀ ਜਿਹੀ ਪਰਉਪਕਾਰ ਦੀ ਗੱਲ ਚੱਲਦੀ ਹੈ, ਬਹੁਤ ਵੱਡਾ ਪਰਉਪਕਾਰ ਅਸੀਂ ਕਰ ਦਿੰਦੇ ਹਾਂ। ਕਿਉਂਕਿ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸੀ, ਜਿੱਥੇ ਵੀ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਜਿੰਨੇ ਅਸੀਂ ਸਰੀਰ ਬੈਠੇ ਹਾਂ, ਇਹਦੇ ਨਾਲੋਂ ਜ਼ਿਆਦਾ ਸੂਖਸ਼ਮ ਸਰੀਰ ਇੱਥੇ ਬੈਠੇ ਹੋਣਗੇ। ਔਰ ਐਸਾ ਸ਼ਹੀਦੀ ਅਸਥਾਨਾਂ 'ਤੇ ਅਕਸਰ ਇਹ ਮਹਿਸੂਸ ਕੀਤਾ ਜਾਂਦਾ ਹੈ, ਜਿਹੜੇ ਕੋਈ ਦਿਵਯ ਆਤਮਾਵਾਂ ਹਨ, ਜਿਨ੍ਹਾਂ ਨੇ ਨਾਮ ਦਾ ਆਪਣੇ ਅੰਦਰ ਬਹੁਤ ਪ੍ਰਕਾਸ਼ ਕਰ ਲਿਆ ਹੈ, ਜਿਨ੍ਹਾਂ ਦੀ ਸਮਝ, ਜਿਨ੍ਹਾਂ ਦੀ ਸੋਝੀ ਪ੍ਰਭੂ ਦੀ ਬੰਦਗੀ ਕਰ ਕਰਕੇ ਬੜੀ ਵੱਧ ਗਈ ਹੈ, ਉਹਨਾਂ ਨੂੰ ਇਹ ਦਿਸ ਪੈਂਦਾ ਹੈ, ਉਹਨਾਂ ਨੂੰ ਐਸੀ ਨਿਗਾਹ ਉਹਨਾਂ ਦੀ ਬਣ ਜਾਂਦੀ ਹੈ, ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰ ਲੈਂਦੇ ਹਨ। ਛਰੀ ਨਾ ਚੰਚਲ ਕਰੋ ਅਕਾਰੀ,
चले जाए हम तुरन धारी। ਕਹਿੰਦੇ ਤੁਸੀਂ ਆਪਣੀ ਛੜੀ ਨਾ ਅੱਗੇ ਕਰੋ, ਅਸੀਂ ਤੁਹਾਡੇ ਕਹਿਣ ਤੋਂ ਬਿਨਾਂ ਹੀ ਇੱਥੋਂ ਚਲੇ ਜਾਂਦੇ ਹਾਂ। इस प्रकार मचायो जब रौरा सगरे गए ठोर तब ठोरा। ਇਸ ਪ੍ਰਕਾਰ ਦਾ ਜਦੋਂ ਰੋਲਾ ਮਚਿਆ, ਸਾਰੇ ਦੇ ਸਾਰੇ ਜਿਹੜੇ ਛੱਡ ਕੇ ਗੋਇੰਦਵਾਲ ਸਾਹਿਬ ਜਿਹੜਾ ਭੂਤਾਂ ਦਾ ਹੀ ਨਗਰ ਬਣਾਇਆ ਹੋਇਆ ਸੀ ਉੱਥੋਂ ਚਲੇ ਗਏ ਹਨ। इस प्रकार देवन गत होई भूत प्रेत तह रहो न कोई। ਇਸ ਪ੍ਰਕਾਰ ਗੁਰੂ ਜੀ ਦੇ ਆਗਮਨ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਦੇ ਆਗਮਨ ਦੇ ਨਾਲ ਐਸੀਆਂ ਚੀਜ਼ਾਂ ਉੱਥੋਂ ਚਲੀਆਂ ਜਾਂਦੀਆਂ ਹਨ, ਕਿਉਂਕਿ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦਾ ਭਜਨ ਪ੍ਰਤਾਪ ਹੀ ਐਸਾ ਹੈ, ਉੱਥੇ ਕੋਈ ਵੀ ਚੀਜ਼ ਠਹਿਰਦੀ ਨਹੀਂ ਹੈ। घरे भये श्री अमर स्थान कीन बिलोकन चार महान। ਸ਼੍ਰੀ ਗੁਰੂ ਅਮਰਦਾਸ ਜੀ ਹੁਣ ਜਾ ਕੇ ਉੱਥੇ ਖਲੋ ਗਏ ਹਨ। ਚਾਰੇ ਪਾਸੇ ਸਾਰੇ ਸ਼ਹਿਰ ਨੂੰ ਜਿਹੜਾ ਵੀ ਉਹ ਖਾਲੀ ਥਾਂ ਪਿਆ ਹੈ ਉਸ ਨੂੰ ਦੇਖਦੇ ਹਨ। निकट बेपासा बहे परवाहू जुगत तरंग विमल जल माहू। ਅਸਲ ਦੇ ਵਿੱਚ ਜਿਹੜਾ ਉਹ ਨਗਰ ਹੈ ਗੋਇੰਦਵਾਲ ਸਾਹਿਬ, ਉਹਦੇ ਨੇੜੇ ਹੀ ਬਿਆਸਾ ਦਰਿਆ ਵਗਦਾ ਹੈ। ਸ਼ਾਮ ਜੀ ਨੂੰ ਹੁਣ ਤੇ ਦਰਿਆ ਥੋੜਾ ਦੂਰ ਚਲਾ ਗਿਆ ਹੈ, ਪਹਿਲਾਂ ਨੇੜੇ ਹੀ ਵਗਦਾ ਸੀ। ਔਰ ਕਹਿੰਦੇ ਬੜਾ ਜਿਹੜਾ ਨਗਰ ਹੈ ਬੜਾ ਸੋਹਣਾ ਲੱਗਦਾ ਹੈ, ਕਿਉਂਕਿ ਕੋਲ ਕੋਲ ਦਰਿਆ ਦਾ ਪਾਣੀ ਵਗਦਾ ਹੈ, ਮਾੜੀਆਂ ਮਾੜੀਆਂ ਛੱਲਾਂ ਪੈਂਦੀਆਂ ਹਨ। ਜਿਵੇਂ ਆਪ ਜੀ ਨੇ ਪਾਉਂਟਾ ਸਾਹਿਬ ਦਰਸ਼ਨ ਕੀਤੇ ਹੋਣਗੇ, ਨਾਲ ਹੀ ਯਮੁਨਾ ਵਗਦੀ ਹੈ, ਨਾਲ ਹੀ ਗੁਰਦੁਆਰਾ ਸਾਹਿਬ ਹੈ। ਬੜਾ ਸੋਹਣਾ ਪਾਣੀ ਦਾ ਪ੍ਰਵਾਹ ਬੜਾ ਸੋਹਣਾ ਚੱਲਦਾ ਹੈ। ਕਦੇ ਯਮੁਨਾ ਭਰੀ ਹੁੰਦੀ ਹੈ, ਹੋਰ ਵੀ ਆਭਾ ਉੱਥੇ ਖਿਲਰਦੀ ਹੈ, ਕਿਉਂਕਿ ਪਾਣੀ ਦੀ ਆਪਣੇ ਆਪ ਦੇ ਵਿੱਚ ਹੀ ਇੱਕ ਆਭਾ ਹੁੰਦੀ ਹੈ। ਚੱਕਰਵਾਤ ਤੇ ਆਦ ਬਿਹੰਗਾ ਬਹੁ ਸ਼ਬਦਾਏ ਮਾਨ ਜਿਮ ਗੰਗਾ। ਕਹਿੰਦੇ ਸੋਹਣੇ ਸੋਹਣੇ ਪੰਛੀ ਉਹਦਿਆਂ ਕੰਢਿਆਂ ਤੇ ਰਹਿੰਦੇ ਸਨ ਬਿਆਸਾ ਦਰਿਆ ਦੇ। ਚੱਕਰਵਾਕ ਜਿਹੜੇ ਪੰਛੀ ਹਨ, ਸੁੰਦਰ ਸੁੰਦਰ ਜਿਹੜੇ ਚਕਵਾ ਸਮਝੋ ਜਿਹੜਾ ਪੰਛੀ ਹੈ, ਬੜੀ ਬੋਲੀ ਦੇ ਵਿੱਚ ਸੁੰਦਰ ਸੁੰਦਰ ਗੀਤ ਗਾ ਰਿਹਾ ਹੈ। ਸੁੰਦਰ ਪੁਲਨ ਸਥਾਨ ਜਿਸੀ ਕੇ ਸਿਕਤਾ ਮ੍ਰਿਤ ਜੁਗ ਤੀਰਥ ਸੀਕੇ। ਕਹਿੰਦੇ ਨਦੀ ਦੇ ਕਿਨਾਰਿਆਂ ਤੇ ਬੜੇ ਸੁੰਦਰ ਸਥਾਨ ਬਣੇ ਹੋਏ ਨੇ, ਔਰ ਨਦੀ ਦੇ ਦੋਵੇਂ ਸਾਈਡਾਂ ਦੇ ਉੱਤੇ ਸੋਹਣੀ ਸੋਹਣੀ ਰੀਤ ਜਿਹੜੀ ਹੈ ਉਹ ਉੱਥੇ ਦੋਵਾਂ ਕੰਢਿਆਂ ਤੇ ਵਿਛੀ ਹੋਈ ਹੈ। ਲਵਪੁਰ ਆਦ ਗਗਨ ਤਹਿ ਰਾਹੂ ਇੱਕ ਦਿੱਲੀ ਪਹੁੰਚਤ ਸੇ ਜਾਹੂ। ਜਿਹੜਾ ਬਿਆਸਾ ਦਰਿਆ ਤੋਂ ਜਿਹਨੇ ਦਿੱਲੀ ਨੂੰ ਜਾਣਾ ਹੈ ਔਰ ਜਿਸ ਨੇ ਲਾਹੌਰ ਨੂੰ ਜਾਣਾ ਹੈ, ਉਹ ਗੋਇੰਦਵਾਲ ਸਾਹਿਬ ਹੀ ਉਦੋਂ ਮੇਨ ਟਾਪੂ ਹੁੰਦਾ ਸੀ, ਮੇਨ ਉੱਥੇ ਕਿਨਾਰਾ ਹੁੰਦਾ ਸੀ ਜਿੱਥੇ ਦਰਿਆ ਬੇੜੇ ਲੱਗਦੇ ਹੁੰਦੇ ਸਨ। ਤਾਂ ਕਰਕੇ ਉਹੀ ਮੇਨ ਰਾਸਤਾ ਉਦੋਂ ਦਿੱਲੀ ਅਤੇ ਲਾਹੌਰ ਜਾਣ ਵਾਸਤੇ ਹੁੰਦਾ ਸੀ। ਘਾਟ ਉਰਾਰ ਪਾਰ ਉਤਰੈਬੈ ਆਵਤ ਜਾਤ ਲੋਕ ਠਹਿਰੈਬੈ। ਦੋਵਾਂ ਘਾਟਾਂ ਤੇ ਲੋਕ ਉਤਰਦੇ ਸਨ, ਦਿੱਲੀ ਵਾਲੇ ਵੀ ਤੇ ਲਾਹੌਰ ਵਾਲੇ ਵੀ, ਤੇ ਜਾਂਦਿਆਂ ਉੱਥੇ ਰੁਕ ਕੇ ਜਾਂਦੇ ਸਨ। ਤੀਰ ਬਿਪਾਸਾ ਸੁੰਦਰ ਤੁਹਾਨੂੰ ਉੱਚੋ ਸੋਬਤ ਦੇਖ ਮਹਾਨੂੰ। ਜਿਹੜਾ ਉਹ ਕੰਢਾ ਹੈ ਬਿਆਸ ਦਰਿਆ ਦਾ, ਬੜਾ ਸੋਹਣਾ ਲੱਗਦਾ ਹੈ, ਬੜਾ ਰਮਣੀਕ ਜਾ ਬੜਾ ਸ੍ਰੇਸ਼ਟ ਜਾ ਥਾਂ ਉਹ ਲੱਗ ਰਿਹਾ ਹੈ। ਜਿਮ ਸ਼੍ਰੀ ਅੰਗਦ ਆਗਿਆ ਦੀਨਾ ਸਤ ਨਾਮ ਕਹਿ ਜਲ ਕਰ ਲੀਨਾ। ਜਿਵੇਂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਗਿਆ ਦਿੱਤੀ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਵੀ ਹੱਥ ਦੇ ਵਿੱਚ ਜਲ ਫੜ ਕੇ ਤੁਸੀਂ ਜਿਹੜੀ ਵੀ ਅਗਲੇਰੀ ਕਾਰਵਾਈ ਕਰਨੀ ਹੈ। ਸ਼ਿਰਕਨ ਕਰਿਓ ਸੁਥਾਨ ਚੁਫੇਰੇ ਫੇਰ ਨ ਆਵਹਿ ਪ੍ਰੇਤਨ ਡੇਰੇ। ਮਹਾਰਾਜ ਜੀ ਨੇ ਕਿਹਾ ਸੀ ਸੁੰਦਰ ਜਲ ਲੈ ਕੇ, ਜਲ ਨੂੰ ਆਪ ਜੀ ਨੇ ਛਿੜਕਣਾ ਹੈ, ਨਗਰ ਦੇ 4 ਚੁਫੇਰੇ ਛਿੜਕ ਦੇਣਾ ਹੈ, ਫਿਰ ਕੋਈ ਵੀ ਐਸਾ ਮਾੜਾ ਪ੍ਰੇਤ ਆਤਮਾ ਉੱਥੇ ਨਹੀਂ ਆਏਗੀ। ਛਰੀ ਧਰੀ ਕਰ ਸ਼੍ਰੀ ਗੁਰ ਕਰ ਕੀ ਕਰੀ ਲਕੀਰ ਜਿੱਤੀ ਧਰਪੁਰ ਕੀ। ਮਹਾਰਾਜ ਜੀ ਦੀ ਜਿਹੜੀ ਛੜੀ ਦਿੱਤੀ ਸੀ
ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਨੇ ਉਹ ਛੜੀ ਫੜੀ, ਜਿੰਨੇ ਤੇਵੀਂ ਨਗਰ ਦੀ ਸੀਮਾ ਬਣਦੀ ਸੀ ਉੱਥੋਂ ਤਾਈਂ ਜਾ ਕੇ ਉਹਨਾਂ ਛੜੀ ਦੇ ਨਾਲ ਇੱਕ ਲਕੀਰ ਖਿੱਚ ਦਿੱਤੀ ਹੈ। ਬਹੁਰ ਮੰਗਿਆਹੂ ਬਹੁ ਮਿਸ਼ਟਾਨਾ, ਹਰਖਿਓ ਗੋਂਦਾ ਧਨੀ ਮਹਾਨਾ। ਫਿਰ ਮਹਾਰਾਜ ਜੀ ਨੇ ਕਿਹਾ ਹੁਣ ਭਾਈ ਮਿਠਾਈ ਲੈ ਕੇ ਆਓ। ਗੋਂਦਾ ਜਿਹੜਾ ਇਹ ਵੇਖ ਕੇ ਬੜਾ ਹੈਰਾਨ ਹੋਇਆ, ਬੜਾ ਖੁਸ਼ ਹੋਇਆ। ਬੜੇ ਸਾਲਾਂ ਤੋਂ ਮੈਨੂੰ ਬੜਾ ਘਾਟਾ ਪਿਆ, ਮੇਰਾ ਨਗਰ ਉਜੜ ਗਿਆ, ਵਸਿਆ ਹੋਇਆ, ਐਵੇਂ ਸਮਝ ਲਓ ਹੁਣ ਉਹਨੂੰ ਬੜਾ ਵਾਧਾ ਹੋ ਰਿਹਾ ਹੈ, ਇਸ ਕਰਕੇ ਬੜਾ ਹੀ ਖੁਸ਼ ਹੈ। ਖਰੇ ਹੋਏ ਸ੍ਰੀ ਅਮਰ ਸੁਜਾਨੇ, ਹਾਥ ਜੋਰ ਅਰਦਾਸ ਬਖਾਨੇ। ਜਦੋਂ ਮਠਾਈ ਆ ਗਈ, ਮਹਾਰਾਜ ਗੁਰੂ ਅਮਰਦਾਸ ਜੀ ਖੜੇ ਹੋਏ। ਹੁਣ ਖੜੇ ਹੋ ਕੇ ਅਰਦਾਸ ਕਰਨ ਲੱਗੇ ਹਨ। ਸ਼੍ਰੀ ਨਾਨਕ ਸ਼੍ਰੀ ਅੰਗਦ ਤਾਮੂ, ਸਿਮਰ ਸਿਮਰ ਆਨੰਦ ਅਬੇਰਾਮੂ। ਜਿਵੇਂ ਅਸੀਂ ਹੁਣ ਅਰਦਾਸ ਕਰਦੇ ਹਾਂ 10 ਪਾਤਸ਼ਾਹੀਆਂ ਤੇ 11 ਪਾਤਸ਼ਾਹੀਆਂ ਤੇ, ਉਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ, ਕੋਈ 2 ਪਾਤਸ਼ਾਹੀਆਂ ਸਨ ਪਹਿਲੀਆਂ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ, ਦੋਵਾਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਹੱਥ ਜੋੜ ਕੇ ਅਰਦਾਸ ਕੀਤੀ, ਸਾਹਿਬ ਜੀ ਇਹ ਕਾਰਜ ਤੁਹਾਡੀ ਕਿਰਪਾ ਦੇ ਨਾਲ ਸਫਲ ਹੋ ਰਿਹਾ ਹੈ, ਕਿਰਪਾ ਕਰੋ ਇਹਦੇ ਵਿੱਚ ਵਰਤੋ। ਕਿਉਂਕਿ ਸਿੱਖ ਦਾ ਇਹ ਫਰਜ਼ ਹੈ, ਜਿੱਥੇ ਵੀ ਉਹਦਾ ਕੋਈ ਕਾਰਜ ਹੋਏ, ਕਾਰਜ ਤੋਂ ਪਹਿਲਾਂ ਗੁਰੂ ਦੇ ਸੰਬੰਧ, ਗੁਰੂ ਦੇ ਅੱਗੇ ਅਰਦਾਸ ਜ਼ਰੂਰ ਕਰੇ, ਕਿਉਂਕਿ ਕੀਤੀ ਹੋਈ ਅਰਦਾਸ ਗੁਰੂ ਸਿੱਖ ਦਿਆਂ ਕਾਰਜਾਂ ਦੇ ਵਿੱਚ ਆਪ ਸਹਾਈ ਹੁੰਦਾ ਹੈ। ਇਸ ਕਰਕੇ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਦਾ ਸਿਮਰਨ ਕੀਤਾ ਹੈ। ਅਰਪਣ ਕਰਿਓ ਸਕਲ ਮਿਸ਼ਟਾਨੂ, ਪੁਨਹ ਸਭਨ ਕੋ ਬਾਟਨ ਠਾਨੂ। ਤੇ ਆ ਕੇ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਡੇ ਵਾਸਤੇ ਸੁੰਦਰ ਮਠਿਆਈ ਸੰਗਤ ਲੈ ਕੇ ਆਈ ਹੈ, ਆਪ ਜੀ ਆਪਣੇ ਦਰ ਪ੍ਰਵਾਨ ਕਰੋ। ਕਿਉਂਕਿ ਅੱਜ ਕਈ ਵਾਰੀ ਅਨਮਤੀਏ ਲੋਕ ਇਸ ਚੀਜ਼ ਨੂੰ ਬੜਾ ਕਹਿੰਦੇ ਹਨ, ਗੁਰੂ ਨੇ ਕਿਹੜਾ ਮਠਿਆਈ ਖਾਣੀ ਹੁੰਦੀ ਹੈ। ਆਪਾਂ ਮਠਿਆਈ ਹੁਣ ਉਹ ਤੇ ਮਠਿਆਈ ਉਦੋਂ ਵੀ ਲੈ ਕੇ ਆਏ ਨੇ, ਗੁਰੂ ਖਾਂਦਾ ਨਹੀਂ, ਪਰ ਸਿੱਖ ਦਾ ਇਹ ਫਰਜ਼ ਹੈ, ਆਪਣੇ ਕੋਈ ਵੀ ਕਾਰਜ ਉਹਦਾ ਸਫਲ ਹੁੰਦਾ ਹੈ ਗੁਰੂ ਦੇ ਸਨਮੁਖ। ਉਹ ਸੋਚਦਾ ਹੈ ਮੇਰੇ ਕਾਰਜਾਂ ਦੇ ਵਿੱਚ ਸਭ ਤੋਂ ਸਹਾਈ, ਸਭ ਤੋਂ ਸ੍ਰੇਸ਼ਟ ਮੇਰੀ ਜ਼ਿੰਦਗੀ ਵਿੱਚ ਮੇਰਾ ਗੁਰੂ ਹੈ, ਇਸ ਕਰਕੇ ਮੈਂ ਇਸ ਨੂੰ ਆਪਣੇ ਗੁਰੂ ਨੂੰ ਪਹਿਲਾਂ ਅਰਪਣ ਕਰਾਂ। ਇਹ ਸਿੱਖਾਂ ਦੀ ਸ਼ਰਧਾ ਹੈ, ਸਿੱਖਾਂ ਦੀ ਭਾਵਨਾ ਹੈ। ਔਰ ਐਸੀ ਗੱਲ ਨਹੀਂ, ਜਦੋਂ ਸਿੱਖ ਭਾਵਨਾ ਨਾਲ ਗੁਰੂ ਦੇ ਦਰ 'ਤੇ ਐਸੀ ਕੋਈ ਵਸਤੂ ਲੈ ਕੇ ਆਉਂਦਾ ਹੈ, ਗੁਰੂ ਉਸ ਨੂੰ ਕਬੂਲ ਵੀ ਕਰਦਾ ਹੈ। ਇਸ ਕਰਕੇ ਮਠਾਈ ਹੱਥ ਜੋੜ ਕੇ ਕਿਹਾ, ਸਾਹਿਬ ਜੀ ਤੁਹਾਡੇ ਸਨਮੁਖ ਇਹ ਮਿਸ਼ਟਾਨ ਪ੍ਰਸ਼ਾਦ ਹਾਜ਼ਰ ਹੈ, ਆਪ ਜੀ ਆਪਣੇ ਦਰ ਪ੍ਰਵਾਨ ਕਰੋ ਅਤੇ ਉਸ ਤੋਂ ਬਾਅਦ ਸੰਗਤ ਨੂੰ ਵਰਤਾਉਣ ਦੀ ਆਗਿਆ ਬਖਸ਼ੋ। ਪੂਰਬ ਦਿਸ਼ਾ ਧਰਾ ਪਟਵਾਈ, ਇੱਕ ਸਾਰ ਸੁੰਦਰ ਬਨਵਾਈ। ਜਿਵੇਂ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ, ਆਪ ਜੀ ਨੇ ਜਾ ਕੇ ਪੂਰਬ ਦੀ ਸਾਈਡ 'ਚੋਂ, ਪੂਰੇ ਵਾਲੀ ਸਾਈਡ 'ਚੋਂ ਨਗਰ ਨੂੰ ਪਟਵਾਉਣਾ ਹੈ ਅਤੇ ਉਸ ਨੂੰ ਏਕਸਾਰ ਬਣਵਾ ਦੇਣਾ ਹੈ। ਸ਼੍ਰੀ ਨਾਨਕ ਕੇ ਚਰਨ ਮਨਾਏ, ਨਗਰ ਨੀਵ ਧਰ ਚਿਨਵੇ ਲਾਏ। ਕਹਿੰਦੇ ਮਹਾਰਾਜ ਜੀ ਦੇ ਚਰਨ ਮਨਾਏ, ਭਾਵ ਉੱਥੇ ਬੈਠ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਵਾਰ-ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ, ਕਿਉਂਕਿ ਨੀਂਹ ਪੱਥਰ ਧਰਨ ਲੱਗੇ ਨੇ। ਪਹਿਲਾਂ ਮਹਾਰਾਜ ਦਾ ਨਾਮ ਲੈ ਰਹੇ ਨੇ ਵੀ ਗੁਰੂ ਜੀ ਅੰਗ ਸੰਗ ਸਹਾਈ ਹੋਣਾ, ਇਹਦੀ ਨੀਂਹ ਰੱਖਣ ਲੱਗੇ ਆ। ਆਪ ਜੀ ਨੇ ਰਹਿੰਦਿਆਂ ਕਾਰਜਾਂ ਵਿੱਚ ਸਹਾਈ ਹੋ ਕੇ ਸੇਵਕਾਂ ਦੇ ਕਾਰਜ ਆਪ ਸਫਲ ਕਰਨੇ। ਕਿਉਂਕਿ ਸਿੱਖ ਦਾ ਇਹ ਫਰਜ਼ ਹੈ, ਜਦੋਂ ਵੀ ਆਪਣੇ ਘਰ ਦਾ ਨੀਂਹ ਪੱਥਰ ਕੁਛ ਵੀ ਰੱਖਦਾ ਹੈ, ਅਰਦਾਸ ਕਰਦਾ ਹੈ ਪਹਿਲਾਂ, ਸਾਹਿਬ ਘਰ ਬਣਾਉਣ ਲੱਗੇ ਆ, ਕਿਰਪਾ ਕਰਿਓ ਘਰ ਵਿੱਚ ਸੁੱਖ ਸ਼ਾਂਤੀ ਹਮੇਸ਼ਾ ਜੀਆਂ ਦੇ ਵਿੱਚ ਦੇਹ ਅਰੋਗਤਾ ਐਸੀ ਨੀਂਹ ਆਪ ਜੀ ਰਖਵਾਇਓ। ਇਸ ਘਰ ਦੇ ਵਿੱਚ ਹਮੇਸ਼ਾ ਨਾਮ ਹੀ ਚੱਲਦਾ ਰਹੇ, ਬਾਣੀ ਚੱਲਦੀ ਰਹੇ, ਅਸੀਂ ਜਪੀਏ, ਅੱਗੇ ਬੱਚੇ ਜਪਣ, ਬੱਚਿਆਂ ਦੇ ਬੱਚੇ ਵੀ ਨਾਮ ਨਾਲ ਜੁੜੇ ਰਹਿਣ। ਤਾਂ ਹੀ ਕਰਕੇ ਪਹਿਲਾਂ ਆਪਣਿਆਂ ਘਰਾਂ ਦੀ ਨੀਹਾਂ ਪੱਥਰ ਸ਼ੁਭ ਹੱਥਾਂ ਤੋਂ ਰਖਵਾਏ ਜਾਂਦੇ ਸੀ, ਤਾਂ ਜੋ ਗੁਰੂ ਐਸੀ ਕਿਰਪਾ ਕਰੇ, ਹਮੇਸ਼ਾ ਇਹਦੇ ਵਿੱਚ ਬਰਕਤਾਂ ਬਖਸ਼ ਕੇ ਰੱਖੇ। ਤਬ ਤੇ ਬਹੁਰ ਨ ਭੂਤ ਨ ਪ੍ਰੇਤ, ਨੈ ਦੇਖੇ ਜੋ ਢਾਹੇ ਨਿਕੇਤ। ਉਸ ਦਿਨ ਤੋਂ ਬਾਅਦ ਕਿਸੇ ਨੇ ਨਹੀਂ ਵੇਖਿਆ
ਉਸ ਗੋਇੰਦਵਾਲ ਨਗਰ ਦੇ ਵਿੱਚ ਕੋਈ ਭੂਤ ਪ੍ਰੇਤ ਆਇਆ ਹੋਏ ਜਾਂ ਕਿਸੇ ਨੇ ਆ ਕੇ ਨਗਰ ਨੂੰ ਢਾਇਆ ਹੋਏ। ਪੂਰਬ ਸਦਨ ਬਨਾਵਹਿ ਕੋਊ, ਪ੍ਰੇਤ ਵਿਦਾਰਤ ਢਾਹਤ ਸੋਊ। ਪਹਿਲਾਂ ਕੀ ਹੁੰਦਾ ਸੀ, ਜਿਹਨੇ ਵੀ ਘਰ ਬਣਾਉਣ ਲੱਗਣਾ ਐਸਾ ਵਿਘਨ ਪਾਉਣਾ ਇਹਨਾਂ ਆਤਮਾਵਾਂ ਨੇ, ਮਾੜੀਆਂ ਨੇ, ਉਹ ਬਣਨਾ ਹੀ ਨਾ, ਸਿਰੇ ਹੀ ਨਾ ਚੜ੍ਹਨਾ। ਪਰ ਜਿਸ ਦਿਨ ਦੇ ਗੁਰੂ ਜੀ ਦੇ, ਕਿਉਂਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਸਿਜੰਤ ਪਰੇ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਧਰਤੀ ਹਰਿਆਵਲੀ ਹੁੰਦੀ ਹੈ ਜਿੱਥੇ ਗੁਰੂ ਦੇ ਚਰਨ ਪੈ ਜਾਣ। ਇਹ ਤਰਾਵੜੀ ਦੀ ਧਰਤੀ ਕਿੱਡੀ ਕਰਮਾਂ ਅਤੇ ਭਾਗਾਂ ਵਾਲੀ ਹੈ। ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਨੇ ਆਪਣੇ ਵਾਸਤੇ ਜ਼ਿੰਦਗੀ ਵਿੱਚ ਆਪਣਾ ਕੁਛ ਨਹੀਂ ਵੇਖਿਆ, ਸਿਰਫ ਇਸ ਮਨੁੱਖਤਾ ਦੀ ਰਾਖੀ ਦੇ ਲਈ ਲੋਕਾਂ ਦੀ ਪੀੜਾ ਨੂੰ ਸੁਣਦਿਆਂ ਹੋਇਆਂ ਆਪਣਾ ਬਲਿਦਾਨ ਦਿੱਤਾ। ਅਤੇ ਔਰ ਇਹ ਸੁਭਾਗ ਐਸਾ ਹੋਇਆ, ਦੇਵਾ ਰਾਮ ਜੀ ਏਡੇ ਭਗਤ ਸਨ ਗੁਰੂ ਦੇ, ਉਹਨਾਂ ਦੀ ਪੁਕਾਰ ਨੂੰ ਸੁਣਦਿਆਂ ਗੁਰੂ ਸਾਹਿਬ ਇਸ ਸਥਾਨ 'ਤੇ ਸੁਸ਼ੋਭਿਤ ਹੋਏ। ਮਹਾਰਾਜ ਜੀ ਦਾ ਸੀਸ ਆਇਆ। ਉਹ ਸੀਸ ਦੀਆਂ ਹੀ ਐਸੀਆਂ ਬਰਕਤਾਂ ਨੇ, ਇੱਥੇ ਅੱਜ ਸੀਸਗੰਜ ਬਣ ਗਿਆ। ਉਹ ਸੀਸ ਦੀਆਂ ਹੀ ਬਰਕਤਾਂ ਨੇ, ਅੱਜ ਇਹ ਖਜ਼ਾਨਾ ਬਣ ਗਿਆ ਹੈ। ਇਹ ਉਹ ਮਹਾਨ ਸਥਾਨ ਬਣ ਗਿਆ ਹੈ, ਕਿਉਂਕਿ ਜਿੱਥੇ ਗੁਰੂ ਆਪਣੇ ਕਦਮ ਧਰ ਦਿੰਦਾ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ, ਦੁਨੀਆ 'ਤੇ ਕੀ ਪਤਾ ਹੋਰ ਸ਼ਹਿਰ ਕਦੋਂ ਦੇ ਕਦੋਂ ਚਲੇ ਜਾਣ, ਪਰ ਇਹ ਜਿਹੜਾ ਤਰਾਵੜੀ ਹੈ, ਇਹਨੂੰ ਮਹਾਰਾਜ ਇਹਦੇ ਨਾਮ ਨੂੰ ਅਮਰ ਕਰ ਗਏ। ਭਾਈ ਦੇਵਾ ਰਾਮ ਦਾ ਨਾਮ ਅਮਰ ਹੋ ਗਿਆ। ਜਦੋਂ ਤਾਈਂ ਇਹ ਦੁਨੀਆ ਰਹੇਗੀ, ਉਦੋਂ ਤਾਈਂ ਇੱਥੇ ਕੀਰਤਨ ਹੋਏਗਾ, ਕਥਾ ਹੋਏਗੀ, ਵਿਚਾਰਾਂ ਹੋਣ ਕਰਨਗੀਆਂ। ਸੰਗਤਾਂ ਐਵੇਂ ਹੀ ਇੱਥੋਂ ਦੀ ਆਵਾ ਦਿਨ ਪ੍ਰਤੀ ਦਿਨ ਐਵੇਂ ਹੀ ਵੱਧਦੀ ਜਾਏਗੀ। ਚੀਨਿਓ ਜਿਤੋ ਸੋ ਬਨਿਓ ਰਹਿਓ ਹੈ, ਗੋਂਦੇ ਦੇਖ ਆਨੰਦ ਲਹਿਓ ਹੈ। ਹੁਣ ਜਿੰਨੇ ਵੀ ਘਰ ਬਣਾਇਆ, ਘਰ ਟਿਕਿਆ ਰਿਹਾ, ਢਹਿਆ ਨਹੀਂ। ਗੋਂਦੇ ਨੇ, ਭਾਈ ਗੋਂਦਾ, ਕਿਉਂਕਿ ਪ੍ਰੋਪਰਟੀ ਡੀਲਰ ਦਾ ਕੰਮ ਹੈ ਉਹਦਾ, ਬੜਾ ਖੁਸ਼ ਹੋਇਆ ਵੀ ਨਗਰ ਵਸ ਜਾਏਗਾ, ਲੋਕੀ ਆ ਕੇ ਰਹਿਣਗੇ ਤੇ ਫਿਰ ਮੈਨੂੰ ਵੀ ਕੋਈ ਨਾ ਕੋਈ ਫਾਇਦਾ ਹੋ ਜਾਏਗਾ। ਬਹੁਤ ਧਨ ਖਰਚ ਮਜੂਰ ਲਗਾਏ, ਕਰਤੇ ਕਾਰੀਗਰ ਸਮੁਦਾਏ। ਬੜਾ ਪੈਸਾ ਲਾ ਕੇ ਮਜ਼ਦੂਰ ਬੁਲਾ ਲਏ, ਬੜੇ ਵਧੀਆ ਵਧੀਆ ਕਾਰੀਗਰ ਉਸਨੇ ਉੱਥੇ ਬੁਲਾਏ ਹਨ। ਤਬ ਸ਼੍ਰੀ ਅਮਰ ਵਿਚਾਰ ਕਰਿਓ ਹੈ, ਤਿਸ ਗੋਂਦੇ ਪਰ ਨਾਮ ਧਰਿਓ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ ਵਿਚਾਰ ਕੀਤਾ ਕਿ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਇਹਦਾ ਪਿੰਡ ਦਾ ਨਾਂ ਭਾਈ ਗੋਂਦੇ ਦੇ ਨਾਂ 'ਤੇ ਰੱਖਣਾ ਹੈ, ਤੇ ਕਹਿੰਦੇ ਹਨ ਚਲੋ ਭਾਈ ਹੁਣ ਇਸ ਨਗਰ ਦਾ ਨਾਮ ਵੀ ਭਾਈ ਗੋਂਦੇ ਦੇ ਨਾਂ 'ਤੇ ਰੱਖ ਦਈਏ। ਗੋਇੰਦਵਾਲ ਉਚਾਰ ਸੁਨਾਇਓ, ਭਇਓ ਨਾਮ ਪੁਰ ਕੋ ਵਿਦ ਪਾਇਓ। ਉਸ ਦਿਨ ਤੋਂ ਫਿਰ ਉਹਨਾਂ ਨੇ ਭਾਈ ਗੋਂਦੇ ਦੇ ਨਾਂ 'ਤੇ ਉਸ ਨਗਰ ਦਾ ਨਾਮ ਗੋਇੰਦਵਾਲ ਸਾਹਿਬ ਰੱਖ ਦਿੱਤਾ ਹੈ। ਕੇਤਕ ਸਦਨ ਤਿਆਰ ਕਰਵਾਏ, ਸ਼੍ਰੀ ਅੰਗਦ ਕੇ ਦਰਸ਼ਨ ਆਏ। ਕਹਿੰਦੇ ਬੜੇ ਨਗਰ ਜਿਹੜੇ ਬੜੇ ਘਰ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਉੱਥੇ ਬਣਵਾਏ। ਹੁਣ ਮਨ ਵਿੱਚ ਇੱਛਾ ਹੋਈ, ਮਨਾ ਚੱਲ ਫਿਰ ਇੱਕ ਵਾਰੀ ਜਾ ਕੇ ਗੁਰੂ ਦੇ ਦਰਸ਼ਨ ਕਰੀਏ। ਆਪ ਜੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਵਾਪਸ ਆ ਗਏ ਹਨ। ਬੰਧਨ ਠਾਨੀ ਹੋਏ ਅਧੀਨਾ, ਪੰਨਤ ਬਿਨੇ ਬਨ ਆਗੇ ਦੀਨਾ। ਅੱਗੇ ਦੀਨ ਹੋ ਕੇ ਬੇਨਤੀ ਕੀਤੀ, ਹੱਥ ਜੋੜੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਬਿਲਕੁਲ ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਆਪਣੀ ਬੁੱਧੀ ਦਾ ਸਾਰਾ ਹੰਕਾਰ ਛੱਡ ਕੇ ਇਸ ਪ੍ਰਕਾਰ ਦੀ, ਕਿਉਂਕਿ ਗੁਰੂ ਦੇ ਵਿੱਚ ਤੇ ਇਹ ਹੰਕਾਰ ਹੁੰਦਾ ਨਹੀਂ। ਜਦੋਂ ਵੀ ਸਿੱਖ ਗੁਰੂ ਦੇ ਸਨਮੁਖ ਅਰਦਾਸ ਬੇਨਤੀ ਕਰਦਾ ਹੈ, ਆਪਣਾ ਸਾਰਾ ਕੁਝ ਗਵਾ ਕੇ, ਸਭ ਕੁਝ ਛੱਡ ਕੇ, ਨਿਮਾਣਾ ਹੋ ਕੇ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ ਰਹੇ ਹਨ। ਰਾਵਰ ਕੀ ਆਗਿਆ ਜਿਮ ਹੋਈ, ਸੂ ਧਰਿਓ ਕਾਜ ਭਇਓ ਪੁਰ ਸੋਈ। ਮਹਾਰਾਜ ਜੀ ਨੂੰ ਕਹਿਣ ਲੱਗੇ, ਸਾਹਿਬ ਜੀ ਜਿਵੇਂ ਆਪ ਜੀ ਨੇ ਆਗਿਆ ਕੀਤੀ ਸੀ ਉਵੇਂ ਹੀ ਨਗਰ ਵਸ ਗਿਆ ਹੈ। ਨਗਰ ਬੜੇ ਸੋਹਣੇ ਤਰੀਕੇ ਦੇ ਨਾਲ ਵਸਿਆ ਹੈ। ਲੱਗੇ ਮਜੂਰ ਕਰਤ ਹੈ ਕਾਰੇ, ਕੇਤਕ ਕਰੇ ਨਿਕੇਤ ਸੁਖ ਤਿਆਰੇ। ਮਹਾਰਾਜ ਬੜੇ ਮਜ਼ਦੂਰ ਲੱਗੇ ਹੋਏ ਨੇ, ਸਾਰਾ ਕੁਝ ਦੱਸ ਰਹੇ ਨੇ, ਕਿਹੜੀ ਸੇਵਾ ਚੱਲਦੀ ਹੈ ਉੱਥੇ ਦੱਸ ਰਹੇ ਨੇ। ਮਹਾਰਾਜ
ਮਜ਼ਦੂਰ ਬੜੇ ਲੱਗੇ ਹੋਏ ਨੇ, ਸਾਰੇ ਦੇ ਸਾਰੇ ਸੇਵਾ ਕਰਕੇ ਫਟਾਫਟ ਨਗਰ ਦੇ ਵਿੱਚ ਬੜੇ ਬੜੇ ਮਕਾਨ ਬਣਾ ਰਹੇ ਹਨ। ਸ਼੍ਰੀ ਅੰਗਦ ਸੁਨ ਭਏ ਪ੍ਰਸੰਨ, ਪੁਰਖਾ ਅਬ ਐਸੇ ਬਚ ਮਨ। ਮਹਾਰਾਜ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ। ਵੇਖੋ ਮਹਾਰਾਜ ਵਡਿਆਈ ਦਿੱਤੀ ਹੈ, ਕਾਰਜ ਤੇ ਆਪ ਹੀ ਕੀਤਾ ਉਹਨਾਂ ਨੇ, ਪਰ ਵੇਖੇ ਫਿਰ ਵੀ ਖੁਸ਼ ਹੋਏ। ਕਹਿੰਦੇ ਪੁਰਖਾ ਤੂੰ ਬੜਾ ਧੰਨ ਹੈ, ਏਡਾ ਵੱਡਾ ਕਾਰਜ ਕੀਤਾ ਹੈ। ਕਹਿੰਦੇ ਐਸੇ ਕਰ, ਹੁਣ ਤੁਸੀਂ ਸਾਡਾ ਇੱਕ ਹੋਰ ਬਚਨ ਮੰਨਣਾ ਕਰੋ। ਨਿਜ ਪਰਿਵਾਰ ਹਕਾਰੋ ਸਾਰਾ, ਬਸੋ ਤਹਾਂ ਸੁਖ ਲਹੋ ਉਧਾਰਾ। ਐਵੇਂ ਕਰੋ, ਹੁਣ ਆਪਣਾ ਸਾਰਾ ਪਰਿਵਾਰ ਇੱਥੇ ਬੁਲਾ ਲਵੋ, ਭਾਵ ਗੋਇੰਦਵਾਲ ਸਾਹਿਬ ਆਪ ਆ ਕੇ ਉੱਥੇ ਵਸਣਾ ਕਰੋ। ਐ ਪਰ ਜੇ ਆਵੇਂ ਬਸ ਕੈ ਕਾਰਨ, ਤਿਨੇ ਬਸਾਵੋ ਸਦਨ ਉਸਾਰਨ। ਕਹਿੰਦੇ ਜੇ ਕੋਈ ਵਸਣ ਵਾਸਤੇ ਹੋਰ ਵੀ ਆਏ, ਪਹਿਲਾਂ ਆਪ ਵਸੋ, ਜੇ ਹੋਰ ਵੀ ਕੋਈ ਰਹਿਣਾ ਚਾਹੇ ਉਹਨੂੰ ਵੀ ਉੱਥੇ ਵਸਾਵੋ। ਬਾਸ ਤੁਮਾਰ ਸਮੀਪ ਹਮਾਰੇ, ਮਿਲੋ ਚਹੋ ਹਰ ਸਦਨ ਮਝਾਰੇ। ਇਸ ਕਰਕੇ ਤੁਹਾਡਾ ਘਰ ਵੀ ਸਾਡੇ ਨੇੜੇ ਹੀ ਹੈ, ਬਾਸਰ ਕੇ ਰਹਿੰਦੇ ਸਨ ਮਹਾਰਾਜ। ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਸਾਨੂੰ ਆ ਕੇ ਮਿਲ ਲੈਣਾ ਹੈ। ਅਬ ਬਾਸਰ ਕੇ ਗ੍ਰਾਮ ਸਿਧਾਰੋ, ਮਿਲੋ ਸਬਨ ਸੋ ਕਰ ਹਿਤਕਾਰੋ। ਹੁਣ ਮਹਾਰਾਜ ਜੀ ਆਗਿਆ ਦੇ ਰਹੇ ਨੇ ਗੁਰੂ ਅਮਰਦਾਸ ਜੀ ਨੂੰ, ਜਾਓ ਆਪਣੇ ਘਰ ਜਾਓ, ਜਾ ਕੇ ਆਪਣੇ ਸਕੇ ਸੰਬੰਧੀਆਂ ਨੂੰ ਸਭ ਨੂੰ ਮਿਲਣਾ ਕਰੋ। ਚਿਰੰਕਾਲ ਬੀਤਾ ਤੁਝ ਆਏ, ਨੈ ਕੁਟੰਬ ਸੋ ਮਿਲਿਓ ਸਿਧਾਏ। ਬੜਾ ਟਾਈਮ ਹੋ ਗਿਆ, ਤੁਸੀਂ ਇੱਥੇ ਹੀ ਸੇਵਾ ਕਰ ਰਹੇ ਹੋ, ਘਰ ਗਏ ਨਹੀਂ। ਹੁਣ ਜਾਓ, ਜਾ ਕੇ ਇੱਕ ਵਾਰੀ ਮਿਲਣਾ ਕਰੋ। ਲੈ ਆਵੋ ਜਾਵੋ ਤਤਕਾਲ, ਕਰੋ ਬਾਸ ਅਬ ਗੋਇੰਦਵਾਲ। ਛੇਤੀ ਜਾਓ, ਜਾ ਕੇ ਆਪਣੇ ਪਰਿਵਾਰ ਨੂੰ ਲੈ ਆਓ, ਤੇ ਹੁਣ ਤੁਸੀਂ ਆਪਣਾ ਵਸੇਬਾ ਗੋਇੰਦਵਾਲ ਸਾਹਿਬ ਆ ਕੇ ਕਰੋ। ਆਇਸ ਪਾਏ ਗੁਰੂ ਕੀ ਗਏ, ਸਭ ਲੋਕਨ ਸੰਗ ਮਿਲਤੇ ਭਏ। ਬੜੀ ਮਹਾਰਾਜ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪਿੰਡ ਗਏ। ਉੱਥੇ ਜਾ ਕੇ ਸਾਰੇ ਜਿੰਨੇ ਵੀ ਲੋਕ ਹਨ ਉਹਨਾਂ ਨੂੰ ਮਿਲ ਰਹੇ ਹਨ। ਗੁਰ ਪ੍ਰਸੰਨ ਭੇ ਕਥਾ ਸੁਨਾਈ, ਦਈ ਮੋਹਿ ਸਭ ਬਾਤ ਵਡਾਈ। ਬੜੇ ਖੁਸ਼ ਨੇ, ਸਾਰਿਆਂ ਨੂੰ, ਆਪਣੇ ਪਿੰਡ ਵਾਲਿਆਂ ਨੂੰ, ਪੁਰਾਣਿਆਂ ਨੂੰ, ਜਿੰਨੇ ਮਿੱਤਰ ਨੇ, ਪਰਿਵਾਰ ਵਾਲੇ ਨੇ, ਸਾਰਿਆਂ ਨੂੰ ਕਹਿੰਦੇ ਨੇ ਭਾਈ ਮੈਨੂੰ ਗੁਰੂ ਨੇ ਬੜੀ ਵਡਿਆਈ ਦਿੱਤੀ ਹੈ, ਮੈਂ ਉਹਨਾਂ ਦੇ ਦਰ 'ਤੇ ਸੇਵਾ ਕੀਤੀ, ਸੇਵਾ ਮੇਰੀ ਖਾਲੀ ਨਹੀਂ ਗਈ, ਮੈਨੂੰ ਬਹੁਤ ਕੁਝ ਪ੍ਰਾਪਤ ਹੋਇਆ ਗੁਰੂ ਦੇ ਦਰ ਤੋਂ। ਐਸੀ ਹੀ ਵੈਸੇ ਬੇਨਤੀ ਸਿੱਖ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਦੇ ਦਰ ਤੋਂ ਹਮੇਸ਼ਾ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਗੁਰੂ ਹਮੇਸ਼ਾ ਹੀ ਬਖਸ਼ਿਸ਼ ਕਰਦਾ ਹੈ। ਕਈ ਵਾਰੀ ਐਸਾ ਹੁੰਦਾ ਹੈ ਬਖਸ਼ਿਸ਼ ਹੁੰਦਿਆਂ ਹੁੰਦਿਆਂ ਥੋੜ੍ਹਾ ਸਮਾਂ ਲੱਗ ਜਾਂਦਾ ਹੈ, ਔਰ ਸਿੱਖ ਇਹ ਨਿਰਾਸ਼ ਹੋ ਜਾਂਦਾ ਹੈ ਸ਼ਾਇਦ ਮੇਰੀ ਗੱਲ ਤੇ ਗੁਰੂ ਸੁਣਦਾ ਹੀ ਨਹੀਂ। ਔਰ ਮੈਂ ਕਈ ਵਾਰੀ ਸੋਚਿਆ, ਕਈ ਵਾਰੀ ਸਮਝਦਾ ਹੈ, ਬੜੇ ਚੁਭਵੇਂ ਜੇ ਬੋਲ ਇੱਕ ਸਿੱਖ ਆਪਣੇ ਮੂੰਹ ਤੋਂ ਕਹਿ ਦਿੰਦਾ ਹੈ, ਮੇਰੇ ਵੱਲ ਤੇ ਗੁਰੂ ਵੇਖਦਾ ਹੀ ਨਹੀਂ, ਸਾਡੀ ਤੇ ਗੁਰੂ ਸੁਣਦਾ ਹੀ ਨਹੀਂ। ਬੜੀ ਵਾਰੀ ਗਏ ਆ ਸਾਧ ਸੰਗਤ। ਇੱਕ ਗੱਲ ਹੋਰ ਆਪ ਜੀ ਨੂੰ ਕਿਹਾ, ਇੱਥੋਂ ਜੇ ਲੈਣਾ ਹੈ ਬਿਲਕੁਲ ਨਿਮਰਤਾ ਨਾਲ ਹੀ ਮਿਲਦਾ ਹੈ। ਬਿਲਕੁਲ ਨਿਮਰਤਾ ਨਾਲ ਹੀ ਗੁਰੂ ਦੇ ਪਰਮੇਸ਼ਰ ਦੇ ਅੱਗੇ ਮਨੁੱਖ ਨੂੰ ਖੜੇ ਹੋਣਾ ਚਾਹੀਦਾ ਹੈ। ਕਿਉਂਕਿ ਅਸਲ ਦੇ ਵਿੱਚ ਜੇ ਕਈ ਵਾਰੀ ਮਨੁੱਖ ਕਹਿ ਦਿੰਦਾ ਹੈ ਜੇ ਤੁਸੀਂ ਸਾਡਾ ਇਹ ਕੰਮ ਕਰੋਗੇ ਤੇ ਅਸੀਂ ਗੁਰਦੁਆਰੇ ਆਵਾਂਗੇ, ਨਹੀਂ ਆਉਣਾ। ਸਾਧ ਸੰਗਤ ਇਹ ਬਚਨ ਕਦੇ ਵੀ ਮੂੰਹ ਚੋਂ ਨਹੀਂ ਕੱਢਣਾ ਚਾਹੀਦਾ। ਜੇ ਤੂੰ ਸਾਡਾ ਕੰਮ ਕਰੇਗਾ ਤੇ ਅਸੀਂ ਆਵਾਂਗੇ, ਕਿਉਂਕਿ ਗੁਰੂ ਨੂੰ ਸਾਡੀ ਜ਼ਰੂਰਤ ਨਹੀਂ ਹੈ, ਸਾਨੂੰ ਗੁਰੂ ਦੀ ਜ਼ਰੂਰਤ ਹੈ। ਗੁਰੂ ਨੂੰ ਇਹ ਜ਼ਰੂਰਤ ਨਹੀਂ ਮੇਰੇ ਦਰ 'ਤੇ ਬੜੀਆਂ ਸੰਗਤਾਂ ਹੋਣ, ਨਹੀਂ। ਗੁਰੂ ਨੇ ਕੋਈ ਇਲੈਕਸ਼ਨ ਨਹੀਂ ਲੜਨਾ, ਗੁਰੂ ਤੇ ਆਪ ਮੁਕਤ ਮੋਹਿ ਤਾਰੈ। ਉੱਥੇ ਤੇ ਕੋਈ ਆਵੇ ਤਾਂ ਵੀ ਕੋਈ ਨਹੀਂ, ਨਾ ਆਵੇ ਤਾਂ ਵੀ ਕੋਈ ਨਹੀਂ। ਗੁਰੂ ਨੇ ਇੱਥੇ ਸੰਗਤ ਥੋੜ੍ਹੀ ਨਾ ਇਕੱਠੀ ਕਰਨੀ ਹੈ ਵੱਧ ਤੋਂ ਵੱਧ। ਇਸ ਕਰਕੇ ਗੁਰੂ ਦਾ ਦਰ ਤੇ ਨਿਮਾਣਿਆਂ ਦਾ ਹੈ। ਜੇ ਕਦੇ ਦੇਰ ਹੋ ਵੀ ਜਾਏ ਨਾ, ਹੱਥ ਜੋੜ ਕੇ ਖਲੋ ਹੀ ਜਾਣਾ ਚਾਹੀਦਾ। ਮਹਾਰਾਜ ਬੜੀ ਦੇਰ ਹੋ ਗਈ, ਬੜੇ ਸਮੇਂ ਤੋਂ ਬੇਨਤੀਆਂ ਕਰ ਰਹੇ ਹਾਂ, ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਵੀ ਕੋਈ ਭਲਾ ਹੀ ਹੋ ਰਿਹਾ ਹੈ, ਪਰ ਮਜਬੂਰੀ ਵੀ ਮਨੁੱਖ ਆਪਣੀ ਗੁਰੂ ਨੂੰ ਦੱਸ ਸਕਦਾ ਹੈ। ਗੁਰੂ ਨੂੰ ਨਹੀਂ ਦੱਸਣੀ ਤੇ ਹੋਰ ਦੱਸਣੀ ਵੀ ਕਿਹਨੂੰ ਹੈ। ਜੇ ਗੁਰੂ ਅੱਗੇ ਹੀ ਮਨੁੱਖ ਨਹੀਂ ਰੋ ਪਾਏਗਾ ਤੇ ਫਿਰ ਰੋਣਾ ਵੀ ਕਿਹਦੇ ਅੱਗੇ ਹੈ।
ਦੁਨੀਆ ਦੇ ਅੱਗੇ ਤੇ ਰੋਇਆ ਵੀ ਨਹੀਂ ਜਾ ਸਕਦਾ। ਇਸ ਕਰਕੇ ਹੱਥ ਜੋੜ ਕੇ ਕਹਿ ਰਹੇ ਨੇ ਸਾਰਿਆਂ ਨੂੰ, ਭਾਈ ਮੇਰੀ ਬੜੀ ਵੱਡੀ ਕਿਸਮਤ ਹੈ, ਮੈਨੂੰ ਗੁਰੂ ਅੰਗਦ ਸਾਹਿਬ ਨੇ ਵਡਿਆਈ ਬਖਸ਼ੀ, ਮੈਂ ਉਹਨਾਂ ਦੇ ਦਰ ਤੇ ਸੇਵਾ ਕੀਤੀ ਹੈ। ਅਬ ਗੁਰ ਹੁਕਮ ਭਇਓ ਇਸ ਢਾਲ, ਬਸੋ ਜਾਏ ਕਰ ਗੋਇੰਦਵਾਲ। ਕਹਿੰਦੇ ਏਡੀ ਵੱਡੀ ਮੇਰੇ ਤੇ ਕਿਰਪਾ ਕੀਤੀ, ਮੈਨੂੰ ਇੱਕ ਨਗਰੀ ਵਸਾ ਕੇ ਦੇ ਦਿੱਤਾ। ਕਹਿੰਦੇ ਜਾਓ, ਕਹਿੰਦੇ ਹੁਣ ਮੈਨੂੰ ਉਹਨਾਂ ਸੱਦਿਆ ਹੈ, ਬੜੀ ਖੁਸ਼ੀ ਦੇ ਵਿੱਚ ਕਹਿ ਰਹੇ ਨੇ, ਮੈਨੂੰ ਹੁਣ ਉਹਨਾਂ ਕਿਹਾ ਆਪਣੇ ਪਰਿਵਾਰ ਨੂੰ ਲੈ ਕੇ ਆਓ, ਆਪਣੇ ਪਰਿਵਾਰ ਨੂੰ ਲਿਆ ਕੇ ਸ਼੍ਰੀ ਗੋਇੰਦਵਾਲ ਸਾਹਿਬ ਵਸਣਾ ਕਰੋ। ਦੇਰ ਨ ਕਰੋ ਚਲੋ ਮਮ ਸੰਗ, ਪੁਰ ਸੁੰਦਰ ਘਰ ਹੋਵੇ ਉਤੰਗ। ਕਹਿੰਦੇ ਇਸ ਕਰਕੇ ਦੇਰ ਨਾ ਕਰੋ, ਛੇਤੀ ਚਲੋ, ਉੱਥੇ ਬੜੇ ਸੋਹਣੇ ਘਰ ਗੁਰੂ ਜੀ ਨੇ ਬਣਵਾਏ ਨੇ, ਅਸੀਂ ਹੁਣ ਉਹਨਾਂ ਘਰਾਂ ਵਿੱਚ ਹੀ ਰਿਹਾ ਕਰਾਂਗੇ। ਜੇ ਤੱਕ ਮਾਨੇ ਬਾਪ ਭਨੇ ਜਬ, ਉੱਠ ਸ੍ਰੀ ਅਮਰ ਸੰਗ ਭੇ ਸੋ ਸਭ। ਕਹਿੰਦੇ ਮਹਾਰਾਜ ਜੀ ਨੇ, ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਇਹ ਬਚਨ ਕਹੇ ਨਾ ਮੁਖ ਤੋਂ, ਜਿੰਨੇ ਵੀ ਉੱਥੇ ਰਹਿੰਦੇ ਸਨ ਸਾਰੇ ਕਹਿੰਦੇ ਨੇ ਬੜੀ ਚੰਗੀ ਗੱਲ ਹੈ, ਗੁਰੂ ਦੇ ਕੋਲ ਰਵਾਂਗੇ। ਕਹਿੰਦੇ ਸਾਰੇ ਦੇ ਸਾਰੇ ਤਿਆਰ ਹੋ ਗਏ ਹਨ। ਪਹੁੰਚੇ ਗੋਇੰਦਵਾਲ ਸੋ ਜਾਏ, ਬਸੇ ਠਾਨ ਰੁਜ ਸਭ ਸੁਖ ਪਾਏ। ਸਾਰੇ ਦੇ ਸਾਰੇ ਇਕੱਠੇ ਹੋ ਕੇ ਚੱਲ ਪਏ ਨੇ, ਜਾ ਕੇ ਗੋਇੰਦਵਾਲ ਸਾਹਿਬ ਵਸ ਗਏ ਹਨ। ਸ਼੍ਰੀ ਅੰਗਦ ਕੇ ਦਰਸ਼ਨ ਕਾਰਨ, ਜਾਏ ਖਡੂਰ ਸੋ ਕਰੈ ਨਿਹਾਰਨ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਅਮਰਦਾਸ ਜੀ ਨਿਰੰਤਰ ਫਿਰ ਵੀ ਜਾਇਆ ਕਰਦੇ ਸਨ। ਪਾਛਲ ਪਾਏ ਚਲੇ ਜਬ ਆਵੇਂ, ਤੀਨ ਕੋਸ ਲਗ ਏਵ ਸਿਧਾਵੇਂ। ਮਹਾਰਾਜ ਜੀ ਦੇ ਜਦੋਂ ਵੀ ਦਰਸ਼ਨ ਕਰਨ ਜਾਣੇ, ਜਦੋਂ ਉੱਥੋਂ ਵਾਪਸ ਹੋਣਾ, ਪੁੱਠੇ ਪੈਰੀ ਹੋਣਾ। 3 ਕੋ ਉਹਨਾਂ ਨੇ ਪੁੱਠੇ ਪੈਰੀ ਹੋਣਾ, ਭਾਵ 5-6 ਕਿਲੋਮੀਟਰ ਪੈਦਲ ਪੁੱਠੇ ਪੈਰੀ। ਫਿਰ ਜਦੋਂ ਵੇਖਣਾ ਹੁਣ ਨਗਰ ਨਹੀਂ ਵਿਖ ਰਿਹਾ, ਫਿਰ ਆਪਣਾ ਮੂੰਹ ਸਿੱਧਾ ਕਰਨਾ। ਐਸੀ ਸ਼ਰਧਾ, ਐਸੀ ਭਾਵਨਾ, ਕਿਉਂਕਿ ਇਹ ਕਰਮ ਕਾਂਡ ਨਹੀਂ, ਇਹ ਭਾਵਨਾਵਾਂ ਹਨ। ਕਿਸੇ ਦੀਆਂ ਪਤਾ ਨਹੀਂ ਕਿੰਨੀਆਂ ਭਾਵਨਾਵਾਂ ਗੁਰੂ ਨਾਲ ਜੁੜ ਜਾਂਦੀਆਂ ਨੇ। ਆਪਣੀ ਆਪਣੀ ਭਾਵਨਾ ਹੈ, ਆਪਣੀ ਆਪਣੀ ਨਜ਼ਰ ਹੈ ਗੁਰੂ ਨੂੰ ਵੇਖਣ ਦੀ। ਕਿਸੇ ਦੀ ਕੈਸੀ ਨਜ਼ਰ ਹੁੰਦੀ ਹੈ, ਕੋਈ ਗੁਰੂ ਨੂੰ ਗਿਆਨ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ, ਕੋਈ ਗੁਰੂ ਨੂੰ ਭਗਵਾਨ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਨਜ਼ਰ ਆਪੋ ਆਪਣੀ ਹੈ, ਕੋਈ ਗੁਰੂ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ, ਕਿਸੇ ਦਾ ਐਸੀ ਭਾਵਨਾ ਨਹੀਂ ਬਣ ਪਾਉਂਦੀ। ਸੋ ਉਹ ਐਸੀ ਭਾਵਨਾ ਉਹਨਾਂ ਦੇ ਵਿੱਚ ਸੀ। ਜਦੋਂ ਵੀ ਗੁਰੂ ਜੀ ਨੂੰ ਮਿਲਣ ਜਾਣਾ, ਜਦੋਂ ਵਾਪਸ ਆਉਣਾ, ਪੁੱਠੇ ਪੈਰੀ ਹੀ ਜਾਂਦੇ ਸਨ। ਤਹਾਂ ਖਰੇ ਹੋਏ ਬੰਧਨ ਠਾਨੇ, ਉਨ ਘਰ ਦਿਸ ਮੁਖ ਕਰੇ ਪਿਆਨੇ। ਉਹ ਗੁਰਦੁਆਰਾ ਸਾਹਿਬ ਵੀ ਬਣਿਆ, ਆਪ ਜੀ ਨੇ ਕਦੀ ਦਰਸ਼ਨ ਕੀਤੇ ਹੁਣ, ਜਿੱਥੋਂ ਉਹ ਮੁੜਦੇ ਹੁੰਦੇ ਸਨ। ਕਹਿੰਦੇ ਉਸ ਤੋਂ ਬਾਅਦ ਫਿਰ ਆਪਣੇ ਘਰ ਵੱਲ ਨੂੰ ਸਿੱਧੇ ਮੁਖ ਤੁਰ ਪੈਂਦੇ ਸਨ। ਕੇਤਕ ਸਿੱਖਿਅਨ ਤੇ ਸੁਨ ਔਰ, ਜਲ ਗਾਗਰ ਆਨੰਦ ਇਸ ਠੌਰ। ਕਹਿੰਦੇ ਇਹ ਵੀ ਗੱਲ ਸੁਣੀ ਜਾਂਦੀ ਹੈ ਕਿ ਗੁਰੂ ਜੀ ਜਦੋਂ ਇਸ਼ਨਾਨ ਵਾਸਤੇ ਗਾਗਰ ਲੈ ਕੇ ਜਾਂਦੇ ਸੀ, ਉਦੋਂ ਵੀ ਇਵੇਂ ਹੀ ਪੁੱਠੇ ਪੈਰੀ ਆਉਣਾ, ਫਿਰ ਦਰਿਆ ਤੋਂ ਗਾਗਰ ਭਰਨੀ, ਫਿਰ ਆਉਂਦਿਆਂ ਸਿੱਧੇ ਪੈਰੀ ਚੱਲਦੇ ਹੀ ਹੁੰਦੇ ਸਨ। ਇੰਨੀ ਸ਼ਰਧਾ ਭਾਵਨਾ ਦੇ ਨਾਲ, ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਗੁਰੂ ਦੇ ਦਰ ਤੇ ਉਹਨਾਂ ਸੇਵਾ ਕੀਤੀ ਹੈ। ਨਦੀ ਬਿਪਾਸਾ ਤੇ ਭਰ ਨਿਆਮ ਹੈ, ਸ੍ਰੀ ਗੁਰੂ ਕੋ ਇਸ਼ਨਾਨ ਕਰਾਮ ਹੈ। ਵਿਆਸ ਦਰਿਆ ਤੋਂ ਜਲ ਭਰ ਕੇ ਲਿਆਉਣਾ ਤੇ ਆ ਕੇ ਗੁਰੂ ਸਾਹਿਬ ਜੀ ਨੂੰ ਦਰਸ਼ਨ ਕਰਾਇਆ, ਗੁਰੂ ਸਾਹਿਬ ਜੀ ਨੂੰ ਇਸ਼ਨਾਨ ਕਰਾਇਆ ਕਰਦੇ ਸਨ। ਲੇਨ ਜਾਹੇ ਚੱਲ ਪਾਛਲ ਔਰ, ਆਨੰਦ ਰੱਖੇ ਸਭ ਗੁਰ ਔਰ। ਲੈਣ ਜਾਣਾ ਉਦੋਂ ਪੁੱਠੇ ਪੈਰੀ ਜਾਣਾ, ਜਦੋਂ ਲੈ ਕੇ ਆਉਣਾ ਉਦੋਂ ਸਿੱਧੇ ਪੈਰੀ ਆਉਂਦੇ ਸਨ। ਇਸ ਖੰਡ ਆਵੇਂ ਸੀਸ ਨਿਵਾਵ ਹੈ, ਪੁਨ ਸਤੇਤਾ ਦਿਸ ਮੁਖ ਕਰ ਜਾਵ ਹੈ। ਕਹਿੰਦੇ ਜਿਹੜਾ ਉਹ ਥਾਂ ਹੈ ਜਿੱਥੇ ਮਹਾਰਾਜ ਜੀ ਆ ਕੇ ਗਾਗਰ ਵੀ ਧਰਿਆ ਕਰਦੇ ਸਨ। ਆਪਾਂ ਜਦੋਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਵੱਲ ਨੂੰ ਜਾਈਏ, ਸੜਕ ਦੇ ਉੱਤੇ ਗੁਰਦੁਆਰਾ ਹੁੰਦਾ ਹੈ, ਉੱਥੇ ਇੱਕ ਕਰੀਰ ਦਾ ਰੁੱਖ ਵੀ ਹੈ ਤੇ ਉਹ ਗਾਗਰ ਵੀ ਅੱਜ ਤਾਈਂ ਉੱਥੇ ਪਈ ਹੋਈ ਹੈ। ਕਦੀ ਆਪ ਜੀ ਹਰਿਮੰਦਰ ਸਾਹਿਬ ਜਾਓ, ਜਦੋਂ ਉੱਧਰ ਦਰਸ਼ਨ ਕਰਨ ਜਾਓਗੇ ਗੋਇੰਦਵਾਲ ਸਾਹਿਬ ਤੋਂ, ਰਾਹ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਹੈ, ਜਿੱਥੇ ਮਹਾਰਾਜ ਜੀ ਪਹਿਲਾਂ ਪੁੱਠੇ ਪੈਰੀ ਆਉਣਾ ਤੇ ਉਹ ਸਿੱਧੇ ਪੈਰੀ ਜਾਂਦੇ ਸਨ, ਉੱਥੇ ਗਾਗਰ ਰੱਖਦੇ ਸਨ, ਉੱਥੇ ਆਪ ਜੀ ਦਰਸ਼ਨ ਕਰ ਸਕਦੇ ਹੋ।
ਨਿਤ ਪ੍ਰਤ ਕਰੇ ਇਸ ਵਿਦ ਕਾਰ ਇਮ ਸੇਵੇ ਸ੍ਰੀ ਗੁਰ ਦਰਬਾਰ। ਇਹੋ ਜੀ ਕਾਰ ਉਹ ਨਿਰੰਤਰ ਹੀ ਕਰਦੇ ਰਹਿੰਦੇ ਸਨ। ਇਹੋ ਜੀ ਕਾਰ ਕਰਨ ਕਰਕੇ ਗੁਰੂ ਨੂੰ ਰੋਜ਼ ਸਿਮਰਿਆ ਕਰਦੇ ਸਨ। ਪਰਸੁਰਾਮ ਤਪ ਤਪੇ ਵਿਸਾਲਾ ਬਰਕ ਹਜ਼ਾਰੋ ਬਨ ਸਭ ਕਾਲਾ। ਕਹਿੰਦੇ ਪਰਸ਼ੂਰਾਮ ਜੀ ਨੇ ਬੜਾ ਵੱਡਾ ਤਪ ਕੀਤਾ ਆਪਣੀ ਜ਼ਿੰਦਗੀ 'ਚ, ਕਈ ਹਜ਼ਾਰ ਸਾਲ ਤਪ ਕੀਤਾ ਹੈ। ਪ੍ਰਾਪਤ ਕਲਾ ਵਿਸ਼ਨ ਕੀ ਚਾਰ ਭਇਓ ਨ ਕਉ ਬਡੋ ਅਵਤਾਰ। ਇੰਨਾ ਤਪ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ 4 ਹੀ ਕਲਾ ਪ੍ਰਾਪਤ ਹੋਈਆਂ। ਇੰਨਾ ਤਪ ਕੀਤਾ ਜੰਗਲ ਵਿੱਚ ਬਹਿ ਕੇ, ਔਰ ਆਪਣੀ ਜ਼ਿੰਦਗੀ 'ਚ ਉਹ ਅਵਤਾਰ ਨਹੀਂ ਬਣ ਸਕੇ। ਇਨਹੂ ਏਕਾਦਸ਼ ਸੰਪਤ ਮਾਹੀ ਸੇਵਾ ਕਰੀ ਰਿਝਾਏ ਤਾਹੀ। ਪਰ ਸ਼੍ਰੀ ਗੁਰੂ ਅਮਰਦਾਸ ਜੀ ਨੇ 11 ਹੀ ਸਾਲ ਸੇਵਾ ਕੀਤੀ। 11 ਸਾਲ ਵਿੱਚ ਹੀ ਗੁਰੂ ਖੁਸ਼ ਹੋ ਗਿਆ। ਵੈਸੇ 11 ਸਾਲ ਦਾ ਅਰਸਾ ਬੜਾ ਹੁੰਦਾ ਹੈ। ਨਿਰੰਤਰ ਲਗਾਤਾਰ ਸੇਵਾ ਕਰਨੀ, ਬਿਨਾਂ ਨਾਗੇ ਤੋਂ ਕਰਨੀ 11 ਸਾਲ। ਆਪਣੇ ਘਰ ਦੇ ਕੰਮ ਵੀ ਛੱਡਣੇ। ਐਵੇਂ ਨਹੀਂ ਗੁਰੂ ਪਦਵੀਆਂ ਦਿੰਦਾ ਸਾਧ ਸੰਗਤ। ਗੁਰੂ ਮਨੁੱਖ ਦਾ ਅਕੀਦਾ ਵੇਖਦਾ, ਇਰਾਦਾ ਵੇਖਦਾ। ਇਹਦਾ ਇਰਾਦਾ ਕਿੱਡਾ ਪੱਕਾ ਹੈ। 11 ਸਾਲ ਦੇ ਵਿੱਚ ਦੁਨੀਆ ਦਾ ਛਤਰ, ਖੰਡਾਂ ਬ੍ਰਹਮੰਡਾਂ ਦੀ ਬਾਦਸ਼ਾਹੀ, ਬਹੁਤੇ ਤਪ ਨਹੀਂ ਕੀਤੇ, ਸਿਰਫ ਗੁਰੂ ਦੀ ਸੇਵਾ ਤੋਂ ਹੀ ਪ੍ਰਾਪਤ ਕਰ ਲਿਆ ਹੈ। ਪੂਰਨ ਭਏ ਪ੍ਰਭੂ ਅਵਤਾਰੇ ਜਗ ਮੈਂ ਦਾਸ ਉਧਾਰ ਹਜ਼ਾਰੇ। ਆਪ ਜੀ ਪੂਰਨ ਅਵਤਾਰ ਬਣ ਗਏ 11 ਸਾਲਾਂ 'ਚ, ਦੁਨੀਆ ਦੇ ਅਵਤਾਰ। ਪਤਾ ਨਹੀਂ ਕਿੰਨੇ ਹਜ਼ਾਰ ਲੋਕਾਂ ਨੂੰ ਆਪ ਨੇ ਦੁਨੀਆ ਤੋਂ ਪਾਰ ਉਤਾਰਾ ਕੀਤਾ ਹੈ। ਜਾਂ ਤੇ ਸਤਿਗੁਰ ਅਰ ਸਤ ਸੰਗ ਇਨਕੀ ਸੇਵਾ ਅਧਿਕ ਉਤੰਗ। ਇਸ ਕਰਕੇ ਹਮੇਸ਼ਾ ਸੰਗਤ ਦੀ ਸੇਵਾ ਅਤੇ ਗੁਰੂ ਦੀ ਸੇਵਾ ਇਹ ਸਭ ਤੋਂ ਵੱਡੀ ਹੈ। ਜਿਹੜੇ ਵੀ ਗੁਰੂ ਦੇ ਦਰ ਤੇ ਸੇਵਾ ਕਰਦੇ ਨੇ, ਆਪਣਾ ਮਨ ਨੂੰ ਪੱਕਾ ਕਰਕੇ ਗੁਰੂ ਦੇ ਦਰ ਤੇ ਆਉਂਦੇ ਨੇ, ਗੁਰੂ ਉਹਨਾਂ ਦੀ ਇਹ ਸੇਵਾ, ਸਤ ਸੰਗਤ ਵਿੱਚ ਆ ਕੇ ਬੈਠਣਾ ਤੇ ਗੁਰੂ ਦੇ ਦਰ ਤੇ ਹੋਰ ਕਾਲ ਕਮਾਈ ਕਮਾਉਣੀ, ਐਸੀ ਸੇਵਾ ਜਿਹੜੇ ਵੀ ਇਰਾਦਾ ਧਾਰ ਕੇ ਕਰਦੇ ਹਨ, ਗੁਰੂ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਬਹੁਤ ਨਜ਼ਦੀਕ ਹੋ ਕੇ ਸੁਣਦਾ ਹੈ। ਬਰਕ ਹਜ਼ਾਰੋਂ ਤਪ ਜੇ ਘਾਲੇ ਤਿੰਤੇ ਸੇਵਾ ਇਹ ਵਿਸਾਲੇ। ਹਜ਼ਾਰਾਂ ਸਾਲ ਜੰਗਲ ਵਿੱਚ ਤਪ ਕਰਨ ਨਾਲੋਂ ਜ਼ਿਆਦਾ ਚੰਗਾ ਹੈ ਥੋੜੇ ਦਿਨ ਗੁਰੂ ਦੇ ਦਰ ਤੇ ਸੇਵਾ ਕਰ ਲਈ ਜਾਏ। ਹਜ਼ਾਰਾਂ ਸਾਲ ਤਪ ਕਰਨ ਦੀ ਲੋੜ ਨਹੀਂ। ਜਿੰਨਾ ਤਪਾਂ ਦੇ ਵਿੱਚ ਸਾਨੂੰ ਫਾਇਦਾ ਹੋਣਾ ਹੈ, ਉਨਾ ਹੀ ਫਾਇਦਾ ਸਿਰਫ ਗੁਰੂ ਦੇ ਦਰ ਤੋਂ ਸੇਵਾ ਕਰਕੇ ਮਨੁੱਖ ਪ੍ਰਾਪਤ ਕਰ ਸਕਦਾ ਹੈ। ਜਬ ਕਬ ਅਬ ਅਰ ਆਗੇ ਕਈ ਸੇਵ ਵਿਖੇ ਮਨ ਲਾਵੈ ਜੇਈ। ਕਹਿੰਦੇ ਹਨ ਅੱਜ ਵੀ ਔਰ ਆਉਣ ਵਾਲੇ ਸਮੇਂ 'ਚ ਵੀ ਜਾਂ ਪਿਛਲੇ ਸਮੇਂ 'ਚ ਵੀ ਜਿਹੜਾ ਵੀ ਮਨੁੱਖ ਗੁਰੂ ਦੇ ਦਰ ਤੇ ਸੇਵਾ ਦੇ ਵਿੱਚ ਆਪਣਾ ਮਨ ਲਾ ਕੇ ਸੇਵਾ ਕਰਿਆ ਕਰੇਗਾ, ਤਿਨ ਕੋ ਬਹੁਰ ਨ ਕਰਬੋ ਰਹਿਓ ਭੋਗ ਮੋਖ ਦੋਨੋਂ ਤਹਿ ਲਿਓ। ਕਿੱਡੀ ਵੱਡੀ ਮਹਾਨ ਵਾਰਤਾ ਕਹਿ ਰਹੇ ਨੇ। ਉਹਨੂੰ ਜ਼ਿੰਦਗੀ ਦੇ ਵਿੱਚ ਪਦਾਰਥ ਤੇ ਨਾਲ ਦੀ ਨਾਲ ਮੁਕਤੀ ਦੋਵੇਂ ਮਿਲ ਜਾਣਗੀਆਂ। ਦੋਵਾਂ ਦੀ ਕਮੀ ਨਹੀਂ ਰਹੇਗੀ ਉਹਦੇ ਕੋਲ। ਮੁਕਤੀ ਵੀ ਮਿਲ ਜਾਏਗੀ, ਦੁਨਿਆਵੀ ਜਿਹੜੇ ਸਾਜੋ ਸਮਾਨ ਹੈ ਉਹ ਵੀ ਮਿਲ ਜਾਏਗਾ। ਸਾਧ ਸੰਗਤ ਯਾਦ ਰੱਖਣਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਸਾਹਿਬ ਜੀ ਅੱਜ ਵੀ ਬੜਿਆਂ ਐਸੇ ਜੀਵਨ ਵਾਲਿਆਂ ਨੂੰ ਅਸੀਂ ਵੇਖਿਆ ਜਿਨ੍ਹਾਂ ਨੇ ਇਸ ਦਰ ਤੇ ਸੇਵਾ ਕੀਤੀ ਹੈ। ਗੁਰੂ ਨੂੰ ਅੰਗ ਸੰਗ ਜਾਣਿਆ, ਗੁਰੂ ਨੂੰ ਰੱਬ ਜਾਣਿਆ, ਗੁਰੂ ਨੂੰ ਮੁਰਸ਼ਦ ਜਾਣਿਆ, ਭਗਵਾਨ ਜਾਣਿਆ, ਗੁਰੂ ਨੂੰ ਹੀ ਅੱਲਾ ਜਾਣਦੇ ਹੈ, ਗੁਰੂ ਨੂੰ ਹੀ ਆਪਣਾ ਰੱਬ ਬਣਾ ਲਿਆ। ਜਿਨ੍ਹਾਂ ਨੇ ਐਸੀ ਦ੍ਰਿਸ਼ਟੀ ਨਾਲ ਸੇਵਾ ਕੀਤੀ ਹੈ, ਗੁਰੂ ਨੇ ਉਹਨਾਂ ਦੇ ਬੇੜੇ ਬੰਨੇ ਲਾਏ ਨੇ। ਗੁਰੂ ਨੇ ਉਹਨਾਂ ਦੇ ਕੋਲ ਕਮੀ ਕੋਈ ਨਹੀਂ ਛੱਡੀ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਾਹਿਬ ਜੀ ਇਹ ਵੀ ਕਹਿੰਦੇ ਨੇ ਬਾਣੀ ਦੇ ਵਿੱਚ ਹੀ, ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਕੋਈ ਆਪਣਾ ਚਿੱਤ ਲਾ ਕੇ ਇੱਕ ਵਾਰੀ, ਕਿਉਂਕਿ ਸ਼ੁਰੂ ਦੇ ਵਿੱਚ ਸਾਨੂੰ ਗੁਰੂ ਨਜ਼ਰ ਨਹੀਂ ਆਉਂਦਾ, ਕਿਉਂਕਿ ਗੁਰੂ ਅਦ੍ਰਿਸ਼ਟ ਹੈ। ਸਿਰਫ ਅਸੀਂ ਸਰਗੁਣ ਰੂਪ ਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਦੇ ਹਾਂ। ਪਰ ਜਿਉਂ-ਜਿਉਂ ਮਨੁੱਖ ਸੇਵਾ ਕਰਦਾ ਰਹਿੰਦਾ ਹੈ, ਉਹਦੀ ਭਾਵਨਾ ਬਣਦੀ ਜਾਂਦੀ ਹੈ, ਅਤੇ ਜਿਉਂ-ਜਿਉਂ ਭਾਵਨਾ ਪ੍ਰਬਲ ਹੁੰਦੀ ਜਾਂਦੀ ਹੈ, ਗੁਰੂ ਦੇ ਨਾਲ ਉਹਦਾ ਜਿਹੜਾ ਸੰਬੰਧ ਹੈ ਉਹ ਵੱਡਾ ਹੁੰਦਾ ਜਾਂਦਾ ਹੈ। ਉਹ ਆਪਣਾ ਸਭ ਕੁਝ ਹੌਲੀ ਹੌਲੀ ਗੁਰੂ ਨੂੰ ਹੀ ਮੰਨ ਲੈਂਦਾ ਹੈ। ਆਪਣਾ ਰਿਸ਼ਤੇਦਾਰ ਵੀ
ਆਪਣਾ ਮਾਂ-ਬਾਪ ਵੀ ਸਭ ਕੁਝ ਗੁਰੂ ਦੇ ਸਮਰਪਿਤ ਹੀ ਕਰ ਦਿੰਦਾ ਹੈ। ਸ਼੍ਰੀ ਗੁਰ ਅਮਰਦਾਸ ਕੇ ਭਰਾਤਾ ਆਇਓ ਰਾਮਾ ਕਹ ਜਮਾਤਾ। ਸ਼੍ਰੀ ਗੁਰੂ ਅਮਰਦਾਸ ਜੀ ਦੇ ਭਰਾ ਅਤੇ ਉਹਨਾਂ ਦਾ ਜਮਾਈ ਵੀ ਨਾਲ ਗੋਇੰਦਵਾਲ ਸਾਹਿਬ ਆ ਗਏ ਹਨ। ਜੇ ਤਿਕ ਭਤੀਜੇ ਸੋ ਸਭ ਆਏ ਗੋਇੰਦਵਾਲ ਬਸੇ ਘਰ ਪਾਏ। ਸਾਰੇ ਭਰਾ ਭਤੀਜੇ ਵੀ ਉੱਥੇ ਆ ਗਏ ਤੇ ਗੋਇੰਦਵਾਲ ਸਾਹਿਬ ਆ ਕੇ ਹੀ ਉਹਨਾਂ ਨੇ ਡੇਰਾ ਲਾ ਲਿਆ ਹੈ। ਇਤਿਆਦਿਕ ਸੰਬੰਧੀ ਸਾਰੇ ਆਏ ਬਸੇ ਗੁਰ ਨਿਕਟ ਸੁਖਾਰੇ। ਜਿੰਨੇ ਵੀ ਸੰਬੰਧੀ ਸਨ ਰਿਸ਼ਤੇਦਾਰ ਸਾਰੇ ਹੀ ਮਹਾਰਾਜ ਨਾਲ ਚੱਲ ਕੇ ਗੋਇੰਦਵਾਲ ਸਾਹਿਬ ਆ ਗਏ ਹਨ। ਪ੍ਰਾਪਤ ਸਰਬੋਤਮ ਵਡਿਆਈ ਮਾਨਹਿ ਮਾਨਵ ਬਹੁ ਸੁਖ ਪਾਈ। ਕਹਿੰਦੇ ਉਹਨਾਂ ਨੂੰ ਸਭ ਤੋਂ ਉੱਚੀ ਵਡਿਆਈ ਮਿਲੀ। ਸਾਰੇ ਜਿਹੜੇ ਮਾਨਵ ਹਨ ਉਹਨਾਂ ਦੀ ਗੱਲ ਮੰਨਦੇ ਹਨ। ਸਭ ਲਾਇਕ ਸੰਬੰਧੀ ਜਾਨ ਆਏ ਸਮੀਪ ਬਸੇ ਪੁਰ ਥਾਨ। ਸਾਰੇ ਸੰਬੰਧੀਆਂ ਨੇ ਸੋਚਿਆ ਇਹ ਬੜੇ ਮਹਾਨ ਹਨ, ਸਾਨੂੰ ਇਹਨਾਂ ਦੇ ਨਾਲ ਹੀ ਰਹਿਣਾ ਚਾਹੀਦਾ ਹੈ। ਸਤਿਗੁਰ ਦੇ ਕਰ ਧੀਰਜ ਸਭੈ ਨਿਕਟ ਬਸਾਵਨ ਕੀਨੇ ਤਬੈ। ਮਹਾਰਾਜ ਜੀ ਨੇ ਧੀਰਜ ਦੇ ਕੇ ਸਾਰਿਆਂ ਨੂੰ ਆਪਣੇ ਕੋਲ ਵਸਾਇਆ। ਇੱਥੋਂ ਤਾਈਂ ਦੀ ਕਥਾ ਅਸੀਂ ਸ਼ਰਵਣ ਕੀਤੀ ਹੈ। ਕੱਲ ਨੂੰ ਜਿਹੜੀ ਅਗਲੀ ਪ੍ਰਸੰਗ ਸ਼ੁਰੂ ਹੋਏਗਾ, ਗੁਰੂ ਅੰਗਦ ਸਾਹਿਬ ਜੀ ਦੇ ਕਿਹੜੇ ਕਿਹੜੇ ਗੁਣ ਨੇ, ਕਿਹੜੇ ਕਿਹੜੇ ਗੁਣਾਂ ਦਾ ਵਿਖਿਆਨ, ਗੁਰੂ ਅਮਰਦਾਸ ਜੀ ਨੇ ਕਿਹੜੇ ਕਿਹੜੇ ਗੁਣ ਮੇਰੇ ਸਾਹਿਬ ਵਿੱਚ ਵੇਖੇ, ਉਹਨਾਂ ਦਾ ਵਿਖਿਆਨ ਅਸੀਂ ਕੱਲ ਦੀ ਕਥਾ ਦੇ ਵਿੱਚ ਕਰਾਂਗੇ। ਸਾਹਿਬ ਜੀ ਕਿਰਪਾ ਕਰਨ, ਸਭਨਾਂ ਨੂੰ ਆਸ਼ੀਸ਼ ਬਖਸ਼ਣ, ਆਪਣੇ ਦਰ ਘਰ ਦਾ ਪਿਆਰ, ਨਾਮ ਦੀ ਦਾਤ, ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਣ। ਐਸੀ ਅਰਦਾਸ ਅਸੀਂ ਸਾਰਿਆਂ ਲਈ ਕਰੀਏ, ਕਿਉਂਕਿ ਸਾਧ ਸੰਗਤ ਜੇ ਸਾਨੂੰ ਮੁਸ਼ਕਲ ਹੈ ਸਾਡੀ ਅਰਦਾਸ ਸੰਗਤ ਕਰੇ, ਕਿਉਂਕਿ ਇੱਕ ਬੰਦਾ ਕਹਿੰਦਾ ਹੈ, ਜੇ ਨਾਲ ਉਹਦੇ 100 ਬੰਦੇ ਕਹਿਣ, ਪਤਾ ਨਹੀਂ ਗੁਰੂ 100 ਵਿੱਚੋਂ ਕਿਹਦੀ ਗੱਲ ਕਦੋਂ ਮੰਨ ਲਵੇ। ਇਸ ਕਰਕੇ ਸੰਗਤ ਦੀ ਅਰਦਾਸ ਤਾਂ ਵੱਡੀ ਹੁੰਦੀ ਸੀ ਜੇ ਇੱਕ ਨੂੰ ਪ੍ਰੋਬਲਮ ਹੈ ਉਹਦੇ ਨਾਲ ਦੇ ਸੰਬੰਧੀ ਸਾਰੇ ਕਹਿਣ ਵੀ ਗੁਰੂ ਜੀ ਅਸੀਂ ਸਾਰੇ ਆਏ ਆ, ਇਹਦਾ ਕੰਮ ਸੁਧਾਰੋ। ਕਦੇ ਸਾਡੇ ਤੇ ਮੁਸ਼ਕਲ ਬਣੇਗੀ, ਸਾਡੀ ਅਰਦਾਸ ਕੋਈ ਕਰ ਦਿਆ ਕਰੇਗਾ। ਇਸ ਕਰਕੇ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਹ ਸਾਹਿਬ ਜੀ ਤੇਰੇ ਭਾਣੇ ਦੇ ਵਿੱਚ ਸਭ ਦਾ ਹੀ ਭਲਾ ਹੋਏ। ਸਾਰਿਆਂ ਨੂੰ ਸਾਹਿਬ ਕਿਰਪਾ ਕਰਨ, ਦੁਨਿਆਵੀ ਤੌਰ ਤੇ ਵੀ ਕੰਮਾਂ ਕਾਰਾਂ ਦੀ ਦਾਤ, ਬੱਚਿਆਂ ਨੂੰ ਵਿੱਦਿਆ ਦੀ ਦਾਤ, ਨਾਮ ਦੀ ਦਾਤ ਬਖਸ਼ਣ। ਹੋਰ